दोस्तों, हरकारा टाइम्स चैनल में आपका फिर से स्वागत है। डॉक्टर साहब, अभी हम आजकल जैसे हम अपनी कंट्री देश की पॉलिटिकल सिचुएशन को हम एक नज़र डालें तो थोड़ी सी डॉक्टर साहब मासिस के अंदर थोड़ी सी चिंता हो रही है। जो आजकल एक कुछ इंसिडेंट्स हो रहे हैं हमारी कंट्री में, देश में। अब जैसे कि पीछे पंजाब के अंदर पटियाला में एक ऐसा कुछ हुआ। अभी हम कल देखते हैं दिल्ली के अंदर से एक बीजेपी के एक एसोसिएटेड एक कोई थे, उनको ज़बरदस्ती उठाने की कोशिश की गई पंजाब पुलिस के द्वारा। तो डॉक्टर साहब, ये सारी जो पॉलिटिकल डेवलपमेंट्स हैं, इसके बारे में डॉक्टर साहब आपके क्या विचार हैं? प्यारे दर्शकों, आप सबके भीतर स्वयं प्रकाशमान ज्योत को डॉक्टर सानी का प्रणाम। स्वपन जी, ये जो ऑब्जेक्टिव कंडीशंस ਜਾਂ ਜੋ ਸੰਸਾਰਿਕ ਤਾਣਾ ਬਾਣਾ ਜਿਸ ਵਿੱਚ ਅਸੀਂ ਜੀਵਨ ਬਤੀਤ ਕਰਦੇ ਹਾਂ, ਆਪਾਂ ਪਿਛਲੇ ਐਪੀਸੋਡ 'ਚ ਵੀ ਇਸ ਚੀਜ਼ ਨੂੰ ਲਿਆ ਸੀ ਕਿ ਇਸ ਸਮਾਜ ਦੇ ਵਿੱਚ ਜੋ ਮੇਨ ਸੰਚਾਲਕ ਫੋਰਸ ਹੈ ਉਹ ਪੋਲੀਟੀਕਲ ਸੁਪਰਸਟਰਕਚਰ ਹੈ। ਵੈਸੇ ਤਾਂ ਜੋ ਆਪਣਾ ਵਿਸ਼ਾ ਹੈ, ਅਸੀਂ ਹਮੇਸ਼ਾ ਕਿਉਂਕਿ ਵਾਸਤਵਿਕ ਧਰਮ ਦੀ ਗੱਲ ਕਰਦੇ ਹਾਂ, ਅਧਿਆਤਮ ਦੀ ਗੱਲ ਕਰਦੇ ਹਾਂ, ਐਂਡ ਉਸ ਦੇ ਵਿੱਚ ਸਾਡੇ ਵਾਸਤੇ ਤਾਂ ਜੋ ਸਾਡੀ ਸੰਚਾਲਕ ਸ਼ਕਤੀ ਹੈ ਉਹ ਆਦਿ ਸ਼ਕਤੀ, ਆਲਮਾਈਟੀ ਆਦਿ ਸ਼ਕਤੀ ਹੈ, ਚੇਤਨਾ, ਪਰਮ ਚੇਤਨਾ। ਲੇਕਿਨ ਦੇਖਦੇ ਹਾਂ ਕਿ ਇੱਕ ਸਮਾਜ ਨੂੰ ਚਲਾਉਣ ਵਾਸਤੇ ਜੋ ਸੰਚਾਲਕ ਸ਼ਕਤੀ ਹੈ ਉਹ ਹੈ ਪੋਲੀਟੀਕਲ ਸੁਪਰਸਟਰਕਚਰ। ਤੁਸੀਂ ਗੱਲਬਾਤ ਕੀਤੀ ਕਿ ਪਟਿਆਲਾ ਵਿਖੇ ਇਸ ਕਦਰ ਥੋੜ੍ਹੀ ਜਿਹੀ ਗੜਬੜ ਜੋ ਦੇਖਣ ਨੂੰ ਮਿਲੀ, ਜਿਹਦੇ ਨਾਲ ਇੱਕ ਬੁਨਿਆਦ ਰੱਖੀ ਗਈ ਸੀ ਥੋੜ੍ਹੀ ਜਿਹੀ ਕਮਿਊਨਲ ਰਾਈਟਸ ਹੋਣ ਦੀ, ਖਾਲਿਸਤਾਨ ਦੀ ਆਵਾਜ਼ ਉਠਾਈ ਗਈ। ਕੁਛ ਹਿੰਦੂ ਸ਼ਿਵ ਸੈਨਾ ਦੇ ਲੋਕਾਂ ਨੇ ਮੁਰਦਾਬਾਦ ਦੀ ਗੱਲਬਾਤ ਕੀਤੀ, ਕੁਝ ਲੋਕਾਂ ਨੇ ਜਿੰਦਾਬਾਦ ਦੀ ਗੱਲਬਾਤ ਕੀਤੀ। ਸੋ ਇਹੋ ਜਿਹੀਆਂ ਹੀ ਘਟਨਾਵਾਂ ਸਾਡੇ ਸਾਰੇ ਦੇਸ਼ ਦੇ ਵਿੱਚ ਇਸ ਵੇਲੇ ਵਾਪਰ ਰਹੀਆਂ ਹਨ। ਛੋਟੀਆਂ ਇਹ ਜਿਹੜੇ ਅੱਜ ਤੋਂ 7-8 ਸਾਲ ਪਹਿਲਾਂ ਜੋ ਇਸ ਦੇਸ਼ ਦੇ ਵਿੱਚ ਬੰਬ ਧਮਾਕੇ ਹੁੰਦੇ ਸੀਗੇ ਜਾਂ ਓਪਨ ਕਮਿਊਨਲ ਰਾਈਟਸ ਹੁੰਦੇ ਸੀਗੇ, ਇੱਕ ਫੇਲਰ ਆਫ ਦਾ ਸਟੇਟ ਮਸ਼ੀਨਰੀ ਉੱਪਰ ਕੇ ਸਾਹਮਣੇ ਆਉਂਦੀ ਸੀਗੀ, ਉਹ ਪਿਛਲੇ 7-8 ਸਾਲ ਤੋਂ ਦੇਖਣ ਨੂੰ ਨਹੀਂ ਮਿਲ ਰਹੀ। ਲੇਕਿਨ ਇਹ ਛੋਟੀਆਂ ਇੱਕਾ ਦੁੱਕਾ ਘਟਨਾਵਾਂ, ਉੱਥੇ ਆ ਹੋ ਗਿਆ, ਉੱਥੇ ਆ ਹੋ ਗਿਆ, ਉੱਥੇ ਆ ਹੋ ਗਿਆ, ਐਂਡ ਇਹਨਾਂ ਦੇ ਵਿੱਚ ਅਸੀਂ, ਜਿਵੇਂ ਤੁਹਾਡਾ ਇਹ ਸਵਾਲ ਹੈ ਕਿ ਚਿੰਤਾ ਦਾ ਵਿਸ਼ਾ ਹੈ ਇਹ ਕਿ ਕਿਉਂ ਵਾਪਰਦੀਆਂ ਨੇ ਐਂਡ ਨਹੀਂ ਵਾਪਰਨੀਆਂ ਚਾਹੀਦੀਆਂ, ਐਂਡ ਇਹਨਾਂ ਦਾ ਆਧਾਰ ਕੀ ਹੈ। ਪੰਜਾਬ ਗ੍ਰੈਂਡ ਟੀਵੀ 'ਚ ਮੇਰਾ ਪਿਛਲਾ ਐਪੀਸੋਡ ਸੀ ਜਿਹੜਾ ਕਿ ਉਹਨਾਂ ਨੇ ਭਾਰਤ ਸਾਹਿਬ ਨੇ ਪਟਿਆਲੇ ਦੀਆਂ ਘਟਨਾਵਾਂ ਦੇ ਉੱਪਰ ਰਿਕਾਰਡ ਕੀਤਾ ਸੀ। ਮੈਂ ਉਸ ਵਿੱਚ ਜ਼ਿਕਰ ਕੀਤਾ ਸੀਗਾ ਕਿ ਇਸ ਬਾਹਰਮੁਖੀ ਵਰਤਾਰੇ ਵਿੱਚ, ਇਸ ਸਮਾਜ ਦੇ ਵਿੱਚ ਕੋਈ ਇਹੋ ਜਿਹਾ ਵਰਤਾਰਾ ਨਹੀਂ ਜਿਵੇਂ ਕਿ ਐਜੀਟੇਸ਼ਨ ਹੋ ਗਈ, ਕੋਈ ਹੜਤਾਲ ਹੋ ਗਈ, ਭਾਂਤ ਦੀਆਂ ਜਥੇਬੰਦੀਆਂ ਦੀ ਹੜਤਾਲ ਹੋ ਗਈ, ਪੋਲੀਟੀਕਲ ਪਾਰਟੀਆਂ ਦੀ ਹੜਤਾਲ ਹੋ ਗਈ। ਹੁਣ ਕਿਸਾਨ ਐਜੀਟੇਸ਼ਨ ਵੀ ਪਿੱਛੇ ਜਿਹੇ ਹੋ ਕੇ ਹਟੀ। ਦੇਸ਼ ਦੇ ਵੱਖੋ ਵੱਖਰੇ ਹਿੱਸਿਆਂ 'ਚ ਹੋਰ ਵੀ ਹੜਤਾਲਾਂ ਹੋਣੀਆਂ। ਹੁਣ ਇੱਕ ਕਰਨਾਟਕ ਵਿੱਚ ਹਿਜਾਬ ਦਾ, ਮੁਸਲਮਾਨਾਂ ਦਾ ਹਿਜਾਬ ਦਾ ਚੱਕਰ ਚੱਲ ਪਿਆ। ਇਹ ਨਿੱਕੀਆਂ ਘਟਨਾਵਾਂ ਮੇਰੇ ਕਹਿਣ ਦਾ ਨਿਚੋੜ ਸੀ ਉਸ ਐਪੀਸੋਡ ਦੇ ਵਿੱਚ ਕਿ ਕੋਈ ਵੀ ਘਟਨਾ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇਹ ਸਰਕਾਰ ਦੇ ਖਿਲਾਫ ਹੈ, ਸਰਕਾਰ ਦੀ ਸਰਪ੍ਰਸਤੀ ਤੋਂ ਬਗੈਰ ਉਹ ਚਲਦੀ ਨਹੀਂ। ਮੈਂ ਪਿਛਲੀ ਵਾਰ ਵੀ ਇਸ ਦਾ ਜ਼ਿਕਰ ਕੀਤਾ ਸੀ ਕਿ ਪੰਜਾਬ ਦਾ ਜਿਹੜਾ ਕਾਲੇ ਦਿਨਾਂ ਦਾ ਇਤਿਹਾਸ ਹੈ, 1981 ਤੋਂ ਲੈ ਕੇ 1992 ਤੱਕ 11-12 ਸਾਲ ਦਾ ਜੋ ਇਤਿਹਾਸ ਹੈ, ਜਿਹਦੇ ਵਿੱਚ ਅਸੀਂ ਬਹੁਤ ਵੱਡਾ ਪੰਜਾਬ ਨੇ ਨਰਕ ਹੰਢਾਇਆ ਸੀ। ਅਸੀਂ ਸਾਰਿਆਂ ਉਦੋਂ ਦੇਖਿਆ ਸੀਗਾ ਕਿਵੇਂ ਸਾਡੇ ਬਿਜ਼ਨਸ ਚੌਪਟ ਹੋ ਗਏ, ਐਜੂਕੇਸ਼ਨ ਸਿਸਟਮ ਬਰਬਾਦ ਹੋ ਗਿਆ, ਹੈਲਥ ਸਿਸਟਮ ਬਰਬਾਦ ਹੋ ਗਿਆ। ਇਸ ਤਰੀਕੇ ਦੇ ਨਾਲ ਇੱਕ
ਭਾਂਤ ਦੀਆਂ ਮੂਵਮੈਂਟਸ ਉੱਠੀਆਂ। ਕਿਤੇ ਧਰਮ ਯੁੱਧ ਮੋਰਚਾ ਲੱਗਾ, ਕਿਤੇ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਲਈ ਕੁਛ ਕੀਤਾ ਗਿਆ, ਕਿਤੇ ਸੰਤ ਭਿੰਡਰਾਂਵਾਲਾ ਫਿਨੋਮਨਾ ਆ ਗਿਆ। ਔਰ ਉਸ ਤੋਂ ਬਾਅਦ ਜੋ ਹਾਲਾਤ ਬਣੇ, ਆਪਾਂ ਉਹਨਾਂ ਨੂੰ ਹੰਢਾਇਆ। ਜਵਾਨ ਸੀਗੇ ਉਦੋਂ, ਦੇਖਦੇ ਆ ਬਹੁਤ ਸਾਰੇ ਲੋਕ ਨੇ ਅੱਜ YouTube ਦੇ ਉੱਪਰ ਇਸ ਚੀਜ਼ ਦੀ ਵੀ ਵਿਆਖਿਆ ਕਰਦੇ ਨੇ ਕਿ ਕਿਵੇਂ KPS ਗਿੱਲ ਨੇ ਔਰ ਬਿਆਨ ਸਿੰਘ ਨੇ ਆ ਕੇ ਪੰਜਾਬ ਦੇ ਵਿੱਚੋਂ ਇਸ ਮੂਵਮੈਂਟ ਦਾ ਖਾਤਮਾ ਕੀਤਾ। ਮੈਂ ਸਭ ਪੰਜਾਬ ਤੁਹਾਨੂੰ ਇੱਕ ਦੱਸਣੀ ਚਾਹੁੰਦਾ ਗੱਲਬਾਤ। ਉਹਨਾਂ 11-12 ਸਾਲਾਂ ਦੇ ਵਿੱਚ ਆਤੰਕਵਾਦ ਜ਼ਰੂਰ ਸੀ, ਟੈਰਰਿਜ਼ਮ ਜ਼ਰੂਰ ਸੀ, ਵੱਡ ਵਡਾਂਗੇ ਜ਼ਰੂਰ ਹੋ ਰਹੇ ਸੀਗੇ, ਲੇਕਿਨ ਕੋਈ ਵੀ ਖਾਲਿਸਤਾਨ ਦੇ ਸਮਰਥਨ ਦੇ ਵਿੱਚ ਕੋਈ ਵੀ ਇਹੋ ਜਿਹੀ ਐਜੀਟੇਸ਼ਨ ਜਾਂ ਮੂਵਮੈਂਟ ਨਹੀਂ ਸੀ। ਈਵਨ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੇ ਵੀ ਜਦ ਤੱਕ ਉਹ ਜੀਵਤ ਸੀਗੇ, ਉਹਨੇ ਕਦੇ ਖਾਲਿਸਤਾਨ ਦੀ ਗੱਲ ਨਹੀਂ ਸੀ ਕੀਤੀ। ਜੋ ਕੁਛ ਉਹਨਾਂ ਦਾ ਆਪਣਾ ਇੱਕ ਨਜ਼ਰੀਆ ਸੀਗਾ, ਉਸ ਨਜ਼ਰੀਏ ਮੁਤਾਬਕ ਜੋ ਕਰਦੇ ਸੀ ਕਰਦੇ, ਲੇਕਿਨ ਖਾਲਿਸਤਾਨ ਦੀ ਗੱਲ ਨਹੀਂ ਸੀ ਕੀਤੀ। ਉਸ ਤੋਂ ਬਾਅਦ ਜਿਹੜੇ ਮੁੰਡੇ ਆਏ ਨੇ, ਇਹ ਠੀਕ ਹੈ, ਉਹਨਾਂ ਨੇ ਇੱਕ ਮੇਰਾ ਖਿਆਲ ਆ ਕਿ ਜਨਵਰੀ ਮੇਰਾ 85 ਜਾਂ 86 ਦੀ ਗੱਲਬਾਤ ਹੈ, ਜਦੋਂ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਮਤਾ ਪਾਸ ਕੀਤਾ, ਲੇਕਿਨ ਉਸ ਨੂੰ ਵੀ ਪੰਜਾਬੀਆਂ ਨੇ, ਈਵਨ ਕਿ ਸਿੱਖਾਂ ਨੇ, ਉਹਨੂੰ ਕੋਈ ਸਪੋਰਟ ਨਹੀਂ ਸੀ ਦਿੱਤੀ। ਟੈਰਰ ਦਾ ਮਾਹੌਲ ਸੀ, ਐਕਸਟੋਰਸ਼ਨ ਹੋ ਰਹੀ ਸੀ, ਬੰਦੇ ਮਾਰੇ ਜਾ ਰਹੇ ਸਨ, ਐਂਡ ਬਹੁਤ ਕੁਝ ਪੈਰਲਲ ਸਰਕਾਰ ਚੱਲ ਰਹੀ ਸੀ ਦਰਬਾਰ ਸਾਹਿਬ ਦੇ ਅੰਦਰੋਂ। ਈਵਨ ਕਿ ਐਕਸ਼ਨ ਬਲੂ ਸਟਾਰ ਖਤਮ ਹੋਣ ਤੋਂ ਬਾਅਦ ਵੀ ਜੋ ਪੰਜਾਬ ਦਾ ਮਸਲਾ ਸੀ ਹੱਲ ਨਹੀਂ ਸੀ ਹੋਇਆ। ਐਨੀਵੇ, ਇਸ ਪ੍ਰਕਾਰ ਦਾ ਟੈਰਰ ਦੇ ਬਾਵਜੂਦ ਵੀ 89 ਦੀਆਂ ਇਲੈਕਸ਼ਨਾਂ ਹੁੰਦੀਆਂ, 91 ਦੀਆਂ ਇਲੈਕਸ਼ਨਾਂ ਹੁੰਦੀਆਂ, 92 ਦੀਆਂ ਇਲੈਕਸ਼ਨਾਂ ਹੁੰਦੀਆਂ, ਐਂਡ ਹੁਣ ਪੰਜ ਦੇ ਚੈਨਲ ਹੈਗੇ ਨੇ ਜਿਹੜੇ ਕਿ ਨੌਨ ਪੰਜਾਬੀ ਚੈਨਲ ਨੇ। ਅਸੀਂ ਪੰਜਾਬ 'ਚ ਰਹਿੰਦੇ ਇਸ ਚੀਜ਼ ਨੂੰ ਮਹਿਸੂਸ ਕਰਦੇ ਹਾਂ ਕਿ ਇਹ 1991 ਦੇ ਵਿੱਚ ਜਦੋਂ PV ਨਰਸਿਮਹਾ ਰਾਓ ਦੀ ਸਰਕਾਰ ਆਈ, ਤਾਂ ਉਸ ਸਰਕਾਰ ਨੇ ਆ ਕੇ ਜੋ ਪਹਿਲਾ ਕੰਮ ਕੀਤਾ, ਉਹ KPS ਗਿੱਲ ਨੂੰ ਬੁਲਾਇਆ, ਜਦੋਂ ਤੱਕ ਉਦੋਂ DGP ਸਨ, ਐਂਡ KPS ਗਿੱਲ ਨੇ ਉਹਨਾਂ ਮੋਰੇ ਸ਼ਰਤ ਰੱਖੀ ਕਿ ਮੈਨੂੰ ਫ੍ਰੀ ਹੈਂਡ ਦਿਓ। ਕੋਈ ਨੈਗੋਸ਼ੀਏਸ਼ਨ ਕਿਸੇ ਗਰੁੱਪ ਦੇ ਨਾਲ, ਕਿਸੇ ਲੀਡਰ ਦੇ ਨਾਲ, ਕਿਸੇ ਪਾਰਟੀ ਨਾਲ, ਜੋ ਐਕਸਟ੍ਰੀਮਿਸਟ ਨੇ, ਉਹਨਾਂ ਨਾਲ ਕੋਈ ਨੈਗੋਸ਼ੀਏਸ਼ਨ ਨਹੀਂ ਹੋਵੇਗੀ। ਨਰਸਿਮਹਾ ਰਾਓ ਨੇ ਜਦੋਂ ਕਿਹਾ ਕਿ ਅਸੀਂ ਸੈਂਟਰ ਵਾਲੇ, ਨਾ ਸਾਡੀ ਕੋਈ ਏਜੰਸੀ, ਨਾ ਸਾਡਾ ਕੋਈ ਲੀਡਰ, ਸਾਡੇ ਕਿਸੇ ਦਾ ਵੀ ਕਿਸੇ ਨਾਲ ਕੋਈ ਰਾਬਤਾ ਨਹੀਂ ਹੋਵੇਗਾ, ਅਸੀਂ ਕਿਸੇ ਨੂੰ ਸਪੋਰਟ ਨਹੀਂ ਕਰਾਂਗੇ, ਕਿਸੇ ਨਾਲ ਨੈਗੋਸ਼ੀਏਸ਼ਨ ਨਹੀਂ ਕਰਾਂਗੇ। ਭਾਵ ਕਿ ਪਿਛਲੇ 10-11 ਸਾਲ ਤੋਂ 81 ਤੋਂ ਲੈ ਕੇ 91 ਤੱਕ ਇੰਟਰਨੈਸ਼ਨਲ ਏਜੰਸੀਆਂ ਵੀ ਸਨ, ਪਾਕਿਸਤਾਨ ਵੀ ਸੀ, ਹੋਰ ਵੀ ਇੰਟਰਨੈਸ਼ਨਲ ਏਜੰਸੀਆਂ ਸਨ, ਲੇਕਿਨ ਮੇਨ ਜਿਹੜੀ ਸੰਚਾਲਕ ਫੋਰਸ ਸੀ ਉਸ ਮੁੱਚੀ ਐਕਸਟ੍ਰੀਮਿਸਟ ਮੂਵਮੈਂਟ ਨੂੰ ਚਲਾਉਣ ਵਾਲੀ, ਉਹ ਸੈਂਟਰ ਸਰਕਾਰ ਤੇ ਉਹਦੀਆਂ ਏਜੰਸੀਆਂ ਸਨ। ਜਦ ਤੱਕ ਉਹਨਾਂ ਦੀ ਸਪੋਰਟ ਸੀ, ਹੁਣ ਤੁਹਾਨੂੰ ਮੈਂ ਮਿਸਾਲ ਦੇਣਾ ਚਾਹੁੰਦਾ ਹੈਗਾ ਹਾਂ, ਚਾਹੇ VP ਸਿੰਘ ਸੀ ਤੇ ਚਾਹੇ ਚੰਦਰ ਸ਼ੇਖਰ ਦੀ ਸਰਕਾਰ ਬਣੀ, ਪੁਲਿਸ ਫੋਰਸ ਤਾਂ ਬਿਲਕੁਲ ਖਤਮ, ਪੰਜਾਬ ਦੀ ਤਹਿਸ਼-ਨਹਿਸ਼ ਹੋ ਚੁੱਕੀ ਸੀਗੀ। ਉਹ ਲੋਕ ਦੋਨਾਂ ਨੇ ਜਦੋਂ ਉਹਨਾਂ ਵੱਖੋ ਵੱਖਰੇ ਗਰੁੱਪਾਂ ਦੇ ਨਾਲ ਵਾਰਤਾਲਾਪ ਦਾ ਮਾਹੌਲ ਸ਼ੁਰੂ ਕੀਤਾ, ਤਾਂ ਪਹਿਲੀ ਸ਼ਰਤ ਉਹਨਾਂ ਦੀ ਇਹ ਸੀਗੀ ਕਿ ਆਹ DGP ਨਹੀਂ ਲੱਗਣਾ ਚਾਹੀਦਾ, ਆਹ ਲੱਗਣਾ ਚਾਹੀਦਾ ਆ, ਆਹ ਬੰਦੇ ਛੱਡ ਦਿਓ। ਸਾਰਾ ਕੁਛ ਇੱਕ ਕਿਸਮ ਦਾ ਤੀਜਾ ਕੀ ਨਿਕਲਿਆ, ਜੋ ਚੰਦਰ ਸ਼ੇਖਰ ਨੇ ਕਿਹਾ ਆਪਣੇ KPS ਗਿੱਲ ਨੂੰ ਕਿ ਬਈ ਕਿੱਦਾਂ ਕਰੇਗਾ, ਉਹਨੇ ਮੰਗੀ ਕਿ ਮੈਨੂੰ ਪਾਵਰ ਦਿਓ। ਪਰ ਇਨ ਦੀ ਮੀਨ ਟਾਈਮ ਉਹਨਾਂ ਦੀ ਜਦੋਂ ਗੱਲਬਾਤ ਹੁੰਦੀ ਹੈਗੀ ਆ ਟੈਰਰਿਸਟ ਗਰੁੱਪਸ ਦੇ ਨਾਲ, ਤਾਂ ਉਹਨਾਂ ਦੀ ਪਹਿਲੀ ਸ਼ਰਤ ਇਹ ਹੁੰਦੀ ਹੈਗੀ ਆ ਕਿ KPS ਗਿੱਲ ਨੂੰ ਇੱਥੋਂ ਹਟਾਇਆ ਜਾਵੇ। ਹਟਾਤਾ ਜਾ ਕੇ 90 ਦੇ ਵਿੱਚ ਇਹਨੂੰ ਹਟਾਤਾ ਜਾਂਦਾ ਤੇ ਉਹ ਵਾਪਸ ਦਿੱਲੀ ਚਲੇ ਜਾਂਦੇ ਹੈਗੇ ਆ। ਇਸ ਪ੍ਰਕਾਰ ਮੈਂ ਕਹਿਣਾ ਚਾਹੁੰਦਾ ਹੈਗਾ ਆ ਕਿ ਹਕੂਮਤਾਂ ਇਸ ਪ੍ਰਕਾਰ ਇਨਵੋਲਵ ਹੁੰਦੀਆਂ, ਚਾਹੇ ਉਹ ਐਜੀਟੇਸ਼ਨ ਵਾਇਲੈਂਟ ਹੈ, ਚਾਹੇ ਉਹ ਨੌਨ ਵਾਇਲੈਂਟ ਹੈ, ਚਾਹੇ ਉਹਦੇ ਪਿੱਛੇ ਬਹੁਤ ਵੱਡਾ ਵਰਗ ਹੈ ਉਸ ਐਜੀਟੇਸ਼ਨ ਦੇ ਪਿੱਛੇ, ਲੇਕਿਨ ਹਕੂਮਤ ਦੀ ਸਰਪ੍ਰਸਤੀ ਤੋਂ ਬਗੈਰ, ਹਕੂਮਤ ਦੀ ਸਪੋਰਟ ਤੋਂ ਬਗੈਰ ਕੋਈ ਮੂਵਮੈਂਟ ਕਿਸੇ ਤਰੀਕੇ ਨਾਲ ਵੀ ਸਰਵਾਈਵ ਨਹੀਂ ਕਰਦੀ। ਹੁਣ ਕ੍ਰੈਡਿਟ ਦੇਈ ਜਾਂਦੇ ਹੈਗੇ ਨੇ ਕਿ ਬਿਆਨ ਸਿੰਘ ਨੇ ਕਰਤਾ, KPS ਗਿੱਲ ਨੇ ਕਰਤਾ,
ਜਿਸ ਦਿਨ ਨਰਸਿਮਹਾ ਰਾਓ ਨੇ ਉਹ ਸਪੋਰਟ ਬੰਦ ਕਰ ਦਿੱਤੀ, ਖਤਮ ਹੋ ਗਈ ਮੂਵਮੈਂਟ। ਐਂਡ KPS ਗਿੱਲ ਵਾਸਤੇ ਉਹਨੂੰ ਜਿਹੜੇ ਕਿ ਉਹਨੇ ਕਹਿ ਦਿੱਤਾ ਕਿ ਜਿਹੜੇ ਵੀ ਸਰੈਂਡਰ ਕਰਨਾ ਚਾਹੁੰਦੇ ਨੇ ਆ ਜਾਓ, ਜਿਹੜੇ ਸਰੈਂਡਰ ਨਹੀਂ ਕਰਨਾ ਚਾਹੁੰਦੇ ਅਸੀਂ ਖਤਮ ਕਰ ਦਿੰਦੇ ਹਾਂ। ਮੈਂ ਸਿਰਫ ਤੁਹਾਨੂੰ ਇੱਕ ਮਿਸਾਲ ਦਿੱਤੀ ਹੈਗੀ ਆ ਕਿ ਪੋਲੀਟੀਕਲ ਸੁਪਰਸਟ੍ਰਕਚਰ ਇਤਨੀ ਪਾਵਰਫੁਲ ਹੁੰਦੀ ਆ। ਸਭ ਪ੍ਰਕਾਰ ਦੀ ਐਜੀਟੇਸ਼ਨ ਕਸ਼ਮੀਰ ਹੈ, ਕਸ਼ਮੀਰ ਨੂੰ ਟੋਟਲ ਸਮੁੱਚੀ ਐਜੀਟੇਸ਼ਨ ਨੂੰ ਸਰਕਾਰ ਨੇ ਪਾਲਿਆ। ਸਰਕਾਰ ਦੀ, ਸੈਂਟਰਲ ਸਰਕਾਰ ਦੀ ਐਂਡ ਉਹਦੀਆਂ ਏਜੰਸੀਆਂ ਦੀ ਸਪੋਰਟ ਤੋਂ ਬਗੈਰ, ਚਾਹੇ ਕਸ਼ਮੀਰ ਐਜੀਟੇਸ਼ਨ ਹੈ, ਚਾਹੇ ਅਸਾਮ ਐਜੀਟੇਸ਼ਨ ਹੈ, ਚਾਹੇ ਬੋਡੋਲੈਂਡ ਦੀ ਸੀ, ਚਾਹੇ ਗਿਸ਼ਿੰਗ ਦੀ ਸੀ, ਚਾਹੇ ਐਨੀ ਹੋਰੋ ਦੀ ਝਾਰਖੰਡ ਦੀ ਸੀ, ਐਂਡ ਚਾਹੇ ਸਾਊਥ ਦੀ ਤਾਮਿਲਾਂ ਦੀ ਐਜੀਟੇਸ਼ਨ ਸੀ, ਕੋਈ ਚਾਹੇ ਆਪਣੇ ਨਕਸਲਾਈਟਸ ਦੀ ਜਿਹੜੀ ਐਜੀਟੇਸ਼ਨ ਹੈਗੀ ਆ, ਮਾਓਇਸਟ ਦੀ, ਜਿਹੜੇ ਅਸੀਂ ਜਿਹਨਾਂ ਨੇ ਰੈੱਡ ਕੋਰੀਡੋਰ ਬਣਾਤੀ ਸੀ, ਕੋਈ ਵੀ ਕਿਸੇ ਪ੍ਰਕਾਰ ਦੀ ਵੀ ਐਜੀਟੇਸ਼ਨ ਸਟੇਟ ਤੋਂ ਬਗੈਰ ਚੱਲ ਨਹੀਂ ਸਕਦੀ। ਉਹ ਵੱਖਰੀ ਗੱਲ ਹੈਗੀ ਆ ਕਿ ਦੂਜੇ ਸਟੇਟਸ ਕੰਟਰੀ ਜਿਹੜੇ ਹੈਗੇ ਨੇ ਜਾਂ ਏਜੰਸੀਆਂ ਨੇ ਆ ਕੇ ਆਪਣਾ ਵਿੱਚ ਉਹ ਵੀ ਬੁੱਤਾਂ ਰੇੜ ਲੈਣੀਆਂ ਹੈਗੀਆਂ, ਉਹ ਵੀ ਆਪਣਾ ਚੱਕਾ ਚਲਾ ਲੈਣੀਆਂ ਹੈਗੀਆਂ। ਲੇਕਿਨ ਇਹ ਗੱਲ ਪੱਕੀ ਹੈਗੀ ਆ, ਮੈਂ ਤੁਹਾਨੂੰ ਮਿਸਾਲ ਦਿੱਤੀ ਹੈ ਕਿ ਕਿਸ ਤਰੀਕੇ ਦੇ ਨਾਲ ਨਰਸਿਮਹਾ ਰਾਓ ਨੇ ਜਦੋਂ ਸਾਰੀ ਸਪੋਰਟ ਵਿਦਡਰਾ ਕਰ ਲਈ, ਮੂਵਮੈਂਟ ਉਸ ਦਿਨ ਹੀ ਮਰ ਗਈ। ਬੜਾ ਟੈਰਰ ਦੇ ਦਿਨ ਸੀਗੇ। ਉਸ ਤੋਂ ਬਾਅਦ ਥੋੜ੍ਹੀਆਂ ਬਹੁਤੀਆਂ ਤਾਂ ਚੀਜ਼ਾਂ ਹੁੰਦੀਆਂ ਰਹੀਆਂ, ਲੇਕਿਨ ਫਿਰ ਵੀ 26/11 ਦਾ ਹੋਇਆ ਬੰਬੇ ਵਿੱਚ, ਪਾਰਲੀਮੈਂਟ 'ਤੇ ਹਮਲਾ ਹੁੰਦਾ ਆ, ਥਾਂ ਦੇ ਉੱਪਰ ਇਹ ਜਿਹੜੀਆਂ ਇੰਟਰਨੈਸ਼ਨਲ ਇਸਲਾਮਿਕ ਆਰਗੇਨਾਈਜੇਸ਼ਨਸ ਨੇ ਉਹ ਹਿੰਦੁਸਤਾਨ ਦੇ ਵਿੱਚ ਆਪਣੇ ਬੰਦਿਆਂ ਨੂੰ ਰਿਕਰੂਟ ਕਰ ਰਹੀਆਂ, ਐਂਡ ਉਹਨਾਂ ਦੇ ਬੰਬ ਧਮਾਕੇ ਹਰ ਥਾਂ 'ਤੇ ਦੇਖਣ ਨੂੰ ਮਿਲਦੇ ਹੈਗੇ ਨੇ। ਕੁਛ ਵੀ ਹੋ ਜਾਏ, ਸਿਮਿਲਰਲੀ ਆਹ ਜਿਹੜਾ ਜੋ ਕੁਛ ਵੀ ਅੱਜ ਅਸੀਂ ਦੇਖ ਰਹੇ ਹੈਗੇ ਆ, ਇਹਦੇ ਵਿੱਚ ਪਿੱਛੇ ਵੀ ਹਕੂਮਤਾਂ ਇਤਨੀਆਂ ਪਾਵਰਫੁਲ ਹੁੰਦੀਆਂ ਆ ਆਪਣੇ ਸੋਪਨ ਜੀ, ਕਿ ਕੋਈ ਇਹਨਾਂ ਦੇ ਵਾਸਤੇ ਇਹਨਾਂ ਦੀ ਇੱਕ ਇਤਨੀ ਸ਼ਕਤੀ ਨਾ ਪਾਸ ਹੁੰਦੀ ਹੈਗੀ ਆ ਕਿ ਜਿੱਦਾਂ ਮਰਜ਼ੀ ਜਿਹਨੂੰ ਖੜਾ ਕਰ ਲੈਣ, ਜਿਹਨੂੰ ਮਰਜ਼ੀ ਬਿਠਾ, ਜਿਹਨੂੰ ਮਰਜ਼ੀ ਬਰਬਾਦ ਕਰ ਦੇਣ। ਐਨੀਵੇ, ਇਹ ਇੱਕ ਪੋਲੀਟੀਕਲ ਫਿਨੋਮਨਾ ਹੈ। ਇਸ ਪੋਲੀਟੀਕਲ ਫਿਨੋਮਨਾ ਦੇ ਵਿੱਚ ਫਿਰ ਵੀ ਆਪਣਾ ਜਿਹੜਾ ਵਿਸ਼ਾ ਹੈਗਾ ਆ, ਪਾਰਟਿਕੂਲਰਲੀ ਇਹ ਜੋ ਹਕਾਰਾ ਟਾਈਮਸ ਦਾ ਜੋ ਦੀ ਵਿਚਾਰਧਾਰਾ ਹੈ, ਜੋ ਉਸਦਾ ਵਿਸ਼ਾ ਹੈ, ਉਸ ਵਿਸ਼ੇ ਦੇ ਤਹਿਤ ਹੀ, ਉਸ ਵਿਚਾਰਧਾਰਾ ਦੇ ਤਹਿਤ ਹੀ ਮੈਂ ਤੁਹਾਨੂੰ ਇੱਕ ਹੋਰ ਖੁਸ਼ਖਬਰੀ ਦੇਣੀ ਚਾਹੁੰਦਾ ਹਾਂ ਕਿ ਆਪਾਂ 2-3 ਸਾਲ ਪਹਿਲਾਂ ਇੱਕ ਥੋੜ੍ਹਾ ਜਿਹਾ ਇੱਕ ਮੈਡੀਟੇਸ਼ਨ ਸੈਂਟਰ ਦੀ ਤਿਆਰੀ ਕਰ ਰਹੇ ਸੀਗੇ। ਉਹ ਹੁਣ ਤਕਰੀਬਨ ਤਿਆਰ ਹੋ ਚੁੱਕਾ ਹੈਗਾ ਆ। ਤਾਂ ਉੱਥੇ ਆਪਾਂ 12 ਜੂਨ ਨੂੰ ਅਧਿਆਤਮ ਨਿਕੇਤਨ ਜਿਹੜਾ ਸਾਡਾ ਮੈਡੀਟੇਸ਼ਨ ਸੈਂਟਰ ਹੈ, ਉਹਨੂੰ ਅਸੀਂ ਸ਼ੁਰੂਆਤ ਕਰਨ ਚੱਲੇ ਹਾਂ। ਐਂਡ ਉਸ ਦੇ ਵਿੱਚ ਜਿਹੜੀ ਅਧਿਆਤਮ ਨਿਕੇਤਨ ਵਿੱਚ ਜਿਹੜਾ ਮੇਨ ਮੈਡੀਟੇਸ਼ਨ ਹੈ, ਜਿਹਨੂੰ ਅਸੀਂ ਕਿ ਤਾਓ ਪ੍ਰਾਣ ਸਾਧਨਾ ਕਹਿੰਦੇ ਸੀ, ਹੁਣ ਉਸ ਦਾ ਥੋੜ੍ਹਾ ਨਾਮ ਬਦਲ ਕੇ ਬ੍ਰਹਮ ਪ੍ਰਾਣ ਸਾਧਨਾ ਕਰਤਾ, ਜਿਹੜੀ ਕਿ ਅਲੋਨਸ 'ਚ ਬੈਠ ਕੇ ਨਾਭੀ ਕੇਂਦਰ ਦੇ ਉੱਪਰ ਕੀਤੀ ਜਾਂਦੀ ਹੈ। ਉਹਦੀ ਆਪਾਂ ਵਿਆਖਿਆ ਅਗਲੇ ਐਪੀਸੋਡ 'ਚ ਕਰਾਂਗੇ ਕਿ ਕਿਆ ਹੈ ਸਾਧਨਾ। ਤੋ ਪਲੱਸ ਉੱਥੇ ਕੁਛ ਜੋ ਗੀਤ ਐਂਡ ਸੰਗੀਤ ਦੀ ਥੋੜ੍ਹਾ ਜਿਹਾ ਸਵੇਰੇ 10 ਤੋਂ ਲੈ ਕੇ 2 ਵਜੇ ਤੱਕ 12 ਵਜੇ ਤੱਕ ਉਹ ਚਲਾਇਆ ਕਰਾਂਗੇ। ਕੁਛ ਗੀਤ ਸੰਗੀਤ ਹੋਵੇਗਾ, ਕੁਛ ਕੀਰਤਨ ਹੋਵੇਗਾ, ਕੁਛ ਭਜਨ ਹੋ ਜਾਏਗਾ, ਕੁਛ ਮੈਡੀਟੇਸ਼ਨ ਹੋ ਜਾਏਗੀ। ਸੋ ਇਸ ਪ੍ਰਕਾਰ ਦਾ ਇੱਕ ਇਹੋ ਜਿਹਾ ਪੋਜ਼ਿਟਿਵ ਇਨਵਾਇਰਨਮੈਂਟ ਕ੍ਰੀਏਟ ਕਰਨ ਦੀ ਸਾਡੀ ਇੱਕ ਤੁੱਛ ਜਿਹੀ ਇੱਕ ਕੋਸ਼ਿਸ਼ ਹੈ। ਸੋ 12 ਜੂਨ ਤੋਂ ਬਾਅਦ ਆਪਾਂ ਉਹਦੇ ਉੱਪਰ ਫਿਰ ਕੁਛ ਉੱਥੇ ਵੀ ਜਾ ਕੇ ਇਸ ਚੀਜ਼ ਨੂੰ ਪ੍ਰੋਜੈਕਟ ਕਰਾਂਗੇ। ਲੇਕਿਨ ਫਿਲਹਾਲ ਆਪਾਂ ਆਉਂਦੇ ਹੈਗੇ ਆ ਕਿ ਇਹ ਜਿਹੜੀਆਂ ਮਨੁੱਖ ਜਾਤੀ ਨੂੰ ਇਹ ਫੇਸ ਕਰਨੀਆਂ ਪੈ ਰਹੀਆਂ, ਉਹਦਾ ਅਸੀਂ ਵਾਸਤਵਿਕ ਧਰਮ ਦਾ ਜਾਂ ਕਹਿ ਲਈਏ ਕਿ ਉਹਦਾ ਅਧਿਆਤਮਿਕ ਪਿਛੋਕੜ ਲਈਏ ਤਾਂ ਸੁਪਨ ਜੀ, ਮੈਂ ਤੁਹਾਨੂੰ ਇੱਕ ਗੱਲਬਾਤ ਪੇਸ਼ ਕਰਨੀ ਚਾਹੁੰਦਾ ਕਿ ਜੀਵਨ ਦੇ ਵਿੱਚ ਜਿਹੜਾ ਸਭ ਤੋਂ ਮੁੱਖ ਚੀਜ਼ ਹੈ ਉਹ ਹੈ ਕਰਮ। ਸਾਡੇ ਡੇਲੀ ਲਾਈਫ ਦੇ ਡੀਡਸ, ਕਰਮ। ਅਗਰ ਮਨੁੱਖ ਨੂੰ ਇਹ ਸਮਝ ਆ ਜਾਏ ਕਿ ਮੇਰੇ ਇਸ ਕਰਮ ਦੇ ਵਿੱਚ ਸਕਾਮ ਕਰਮ ਕਿਆ ਹੈ ਤੇ ਨਿਸ਼ਕਾਮ ਕਰਮ ਕਿਆ ਹੈ, ਜੋ ਕੁਝ ਵੀ ਅਸੀਂ ਸਮਾਜ ਵਿੱਚ ਕਰਦੇ ਹਾਂ, ਚਾਹੇ ਪੋਲੀਟੀਕਲ ਪਾਰਟੀਆਂ ਕਰਦੀਆਂ ਨੇ, ਪੋਲੀਟੀਕਲ ਲੋਕ ਕਰਦੇ ਨੇ, ਚਾਹੇ ਸਧਾਰਨ ਵਿਅਕਤੀ ਵੀ ਕਰਦਾ ਹੈਗਾ ਆ, ਉਹਦੀ ਬੁਨਿਆਦ ਹੈ ਸਾਕਾਮ। ਸਾਡਾ ਹਰ ਜੋ ਕਰਮ ਹੈ
ਉਸ ਨੂੰ ਅਸੀਂ ਨਾਂ ਦਿੱਤਾ ਸਾਕਾਮ ਕਰਮ, ਭਾਵ ਉਹ ਕਰਮ ਜਿਸ ਨੂੰ ਕਰਨ ਦੇ ਪਿੱਛੇ ਇੱਕ ਡਿਜ਼ਾਇਰ ਹੈ, ਆਕਾਂक्षा ਹੈ, ਇੱਕ ਚਾਹ ਹੈ, ਇੱਕ ਕਾਮਨਾ ਹੈ, ਇੱਕ ਵਾਸਨਾ ਹੈ ਕਿ ਮੈਂ ਆਹ ਕਰਮ ਕਰਾਂ। ਇਹਨੇ ਉਹਨੂੰ ਕਰਨ ਦੇ ਵਾਸਤੇ ਅਸੀਂ ਜਗ ਵੀ ਕਰਦੇ ਹਾਂ, ਹਵਨ ਵੀ ਕਰਦੇ ਹਾਂ, ਤਪ ਵੀ ਕਰਦੇ ਹਾਂ, ਅਰਦਾਸ ਵੀ ਕਰਦੇ ਹਾਂ, ਪ੍ਰੇਅਰ ਵੀ ਕਰਦੇ ਹਾਂ, ਬੰਦਗੀ ਵੀ ਕਰਦੇ ਹਾਂ, ਬੜਾ ਕੁਝ ਕਰਦੇ ਹਾਂ। ਲੇਕਿਨ ਉਸ ਦੇ ਪਿੱਛੇ ਇੱਕ ਚੀਜ਼ ਹੁੰਦੀ ਹੈਗੀ ਕਿ ਆਹ ਮੇਰਾ ਕੰਮ ਪੂਰਾ ਹੋ ਜਾਏ। ਇਸ ਨੂੰ ਕਿਹਾ ਗਿਆ ਸਾਕਾਮ ਕਰਮ। ਸਾਡੀ ਮਨੁੱਖ ਜਿਹੜਾ ਕਲਚਰ ਹੈ, ਸਾਡੇ ਤਮਾਮ ਜਿਹੜੀ ਥਰੂ ਆਊਟ ਦ ਵਰਲਡ ਸਾਡੀ ਜਿਹੜੀ ਸਾਈਕੋਲੋਜੀ ਹੈ, ਉਹ ਸਾਈਕੋਲੋਜੀ ਦੀ ਬੁਨਿਆਦ ਵਿੱਚ ਪਿਆ ਸਕਾਮ ਕਰਮ। ਇਸ ਸਕਾਮ ਕਰਮ ਦੇ ਵਿੱਚ ਜਿਹਨੂੰ ਤੁਸੀਂ ਹੁਣ ਧਰਮ ਵੀ ਮੰਨਦੇ ਹੋ, ਲੋਕੀ ਗੁਰਦੁਆਰੇ ਜਾਂਦੇ ਨੇ, ਮੰਦਿਰ ਜਾਂਦੇ ਨੇ, ਦਰਬਾਰ ਸਾਹਿਬ ਜਾਂਦੇ ਨੇ, ਦੇਵੀ ਦੇਵਤਿਆਂ ਦੇ ਜਾਂਦੇ ਨੇ, ਪੰਜ ਦੇ ਤੀਰਥ ਸਨਾਨਾਂ ਤੇ ਜਾਂਦੇ ਨੇ, ਇਸ਼ਨਾਨ ਕਰਦੇ ਨੇ, ਯਾਤਰਾਵਾਂ ਕਰਦੇ ਨੇ। ਕਾਹਦੇ ਲਈ? ਕਿ ਮੇਰੀ ਆਹ ਵਾਸਨਾ ਪੂਰੀ ਹੋ ਜਾਏ, ਮੇਰੀ ਆਹ ਕਾਮਨਾ ਪੂਰੀ ਹੋ ਜਾਏ। ਸਕਾਮ ਕਰਮ ਇਹ ਹੈ ਸੰਸਾਰ। ਇਸ ਸਕਾਮ ਕਰਮ ਦੀ ਇਸ ਜੋ ਸਾਈਕੋਲੋਜੀ ਹੈ, ਇਹਦੇ ਵਿੱਚੋਂ ਮਨੁੱਖ ਨੂੰ ਪਰੇਸ਼ਾਨੀ ਅਤੇ ਦੁੱਖ ਤੋਂ ਸਿਵਾਏ ਹੋਰ ਕੁਝ ਨਹੀਂ ਮਿਲਦਾ। ਲੇਕਿਨ 99% ਮਨੁੱਖ ਇਸ ਚੀਜ਼ 'ਚ ਇਨਵੋਲਵ ਨੇ। ਕੰਟੇਰੀ ਟੂ ਇਟ ਇਸ ਨਿਸ਼ਕਾਮ ਕਰਮ। ਨਿਸ਼ਕਾਮ ਕਰਮ ਦਾ ਆਧਾਰ ਹੀ ਇੱਕ ਹੈ। ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹੁੰਦਾ। ਬੜਾ ਮੈਨੂੰ ਇਸ ਚੀਜ਼ ਤੋਂ ਸੁਪਨ ਜੀ, ਕਈ ਵਾਰੀ ਮੈਂ ਹੱਸਦਾ ਹੁੰਦਾ ਆਪਣੇ ਆਪ ਦੇ ਵਿੱਚ। ਪਿਛਲੇ 20 ਸਾਲ ਦੇ ਵਿੱਚ ਜਦੋਂ ਦਾ ਬਾਬਾ ਕੀ ਹੈਗਾ ਉਹਦਾ ਨਾਮ, ਪਤੰਜਲੀ ਵਾਲਾ ਬਾਬਾ ਰਾਮਦੇਵ, ਜਦੋਂ ਬਾਬਾ ਰਾਮਦੇਵ ਜੀ ਆਏ ਨੇ, ਇਹਨਾਂ ਨੇ ਆ ਕੇ ਯੋਗ ਨੂੰ, ਯੋਗ ਪ੍ਰਣਾਲੀ ਨੂੰ ਥਰੂ ਆਊਟ ਦਾ ਵਰਲਡ ਬਹੁਤ ਪਪੂਲਰਾਈਜ਼ ਕੀਤਾ। ਪਰ ਮੈਨੂੰ ਉਹਨਾਂ ਦੀ ਸਾਰੀ ਇਹ ਗੱਲਬਾਤ ਸੁਣ ਕੇ ਸ਼ਾਇਦ ਮੇਰਾ ਆੜਾ ਐਪੀਸੋਡ ਹੈਗਾ, ਕੋਸ਼ਿਸ਼ ਕਰਿਓ ਕਿ ਬਾਬਾ ਰਾਮਦੇਵ ਤੱਕ ਵੀ ਇਹ ਪਹੁੰਚ ਜਾਵੇ ਇਹ ਗੱਲਬਾਤ। ਕੀ ਗੱਲਬਾਤ? ਇੱਕ ਪਾਸੇ ਤਾਂ ਇਹ ਸਾਰੇ ਯੱਗ, ਤਪ, ਅਰਦਾਸ, ਪ੍ਰੇਅਰ, ਹਵਨ, ਸਕਾਮ ਕਰਨ ਦੇ ਵਾਸਤੇ ਅਸੀਂ ਕਰਦੇ ਹਾਂ। ਇਹਦੇ ਆਪੋਜ਼ਿਟ ਕਿਆ ਹੈ? ਯੋਗ। ਬਾਬਾ ਰਾਮਦੇਵ ਨੇ ਇਹ ਯੋਗ ਨੂੰ ਵੀ ਸਕਾਮ ਕਰਨ ਦੇ ਵਿੱਚ ਤਬਦੀਲ ਕਰਤਾ। ਕਿਵੇਂ? ਯੋਗ ਕਰੋਗੇ ਤਾਂ ਸ਼ੂਗਰ ਠੀਕ ਹੋ ਜਾਊਗੀ, ਯੋਗ ਕਰੋਗੇ ਤਾਂ ਤੁਹਾਡੇ ਦਰਦਾਂ ਠੀਕ ਹੋ ਜਾਣਗੀਆਂ, ਹਾਰਟ ਦੀ ਬਿਮਾਰੀ ਠੀਕ ਹੋ ਜਾਊਗੀ, ਬਲੱਡ ਪ੍ਰੈਸ਼ਰ ਠੀਕ ਹੋ ਜਾਏਗਾ, ਫਲਾਨਾ ਠੀਕ ਹੋ ਜਾਏਗਾ, ਤਿਮਕਾ ਠੀਕ ਹੋ ਜਾਏਗਾ, ਮੋਟਾਪਾ ਠੀਕ ਹੋ ਜਾਏਗਾ। ਇੱਕ ਮੋਹਰੇ ਇੱਕ ਆਕਾਂक्षा ਰੱਖ ਦਿੱਤੀ ਕਿ ਕਰੋਗੇ ਤੇ ਤੁਹਾਡੀ ਵਾਸਨਾ ਪੂਰੀ ਹੋ ਜਾਏਗੀ। ਹੁਣ ਬਾਬਾ ਰਾਮਦੇਵ ਕੋਈ ਮਾੜੀ ਮੁੱਟੀ ਮੈਂ ਉਹਦਾ ਬਹੁਤ ਰਿਗਾਰਡ ਕਰਦਾ, ਲੇਕਿਨ ਇੱਕ ਨੁਕਤਾ ਹੈ ਕਿ ਇੱਕ ਪਾਸੇ ਸਕਾਮ ਕਰਮ ਦਾ ਫਿਲਾਸਫੀ ਹੈ, ਇੱਕ ਪਾਸੇ ਨਿਸ਼ਕਾਮ ਕਰਮ ਦੀ ਫਿਲਾਸਫੀ ਹੈ। ਨਿਸ਼ਕਾਮ ਕਰਮ ਦਾ ਆਧਾਰ ਕਿਆ ਹੈ? ਯੋਗ। ਯੋਗ ਦੀ ਸਾਧਨਾ, ਇਹਦੀ ਇੱਕ ਕੰਟੀਨਿਊਸ ਪ੍ਰੋਸੈਸ ਹੈ। ਇਹ ਇੱਕ ਇਹੋ ਜਿਹਾ ਕੰਟੀਨਿਊਸ ਪ੍ਰੋਸੈਸ ਹੈ ਜਿਹਨੂੰ ਅਸੀਂ ਅਭਿਆਸ ਐਂਡ ਵਿਰਾਗਿਆ ਵਿੱਚ ਲੈ ਕੇ ਜਾਂਦੇ ਹੈਗੇ ਹਾਂ। ਯੋਗ ਦਾ ਕਾਂਸਟੈਂਟ ਕੰਟੀਨਿਊਸ ਪ੍ਰੋਸੈਸ, ਪਤਾ ਨਹੀਂ ਕਿੰਨੇ ਜਨਮ ਲੱਗ ਜਾਂਦੇ ਨੇ। ਅਭਿਆਸ 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 ਕਰਦੇ ਕਰਦੇ ਫਿਰ ਕਿਤੇ ਜਾ ਕੇ ਜਿਹੜੀ ਚੀਜ਼ ਅਸੀਂ ਛੱਡਣੀ ਹੁੰਦੀ ਹੈਗੀ, ਜਦੋਂ ਅਸੀਂ ਡਿਟੈਚਮੈਂਟ ਲੈਣੀ ਹੁੰਦੀ ਹੈ, ਜਿਹਨੂੰ ਅਸੀਂ ਵਿਰਾਗਿਆ ਕਹਿੰਦੇ ਹੈਗੇ ਆ, ਫਿਰ ਕਿਤੇ ਜਾ ਕੇ ਉਹ ਮਿਲਦੀ ਆ। ਲੇਕਿਨ ਦੋ ਚੀਜ਼ਾਂ ਬੁਨਿਆਦ ਹੋ ਗਈਆਂ, ਨਿਸ਼ਕਾਮ ਕਰਮ ਐਂਡ ਯੋਗ ਦਾ ਕੰਬੀਨੇਸ਼ਨ। ਹੁਣ ਇਹਦੇ ਨਾਲ ਇੱਕ ਹੋਰ ਬੜੀ ਚੀਜ਼ ਦੇਤੀ ਹੈਗੀ ਯੋਗ ਦੇ ਵਿੱਚ, ਉਹ ਚੀਜ਼ ਦੇਤੀ ਹੋਸ਼, ਐਂਡ ਇੱਕ ਚੀਜ਼ ਹੋਰ ਹੈ ਸ਼ਰਧਾ। ਜਾਂ ਤੁਹਾਡਾ ਕਿਸੇ ਚੀਜ਼ ਦੇ ਵਿੱਚ ਵਿਸ਼ਵਾਸ ਹੀ ਨਹੀਂ, ਸ਼ਰਧਾ ਹੀ ਨਹੀਂ, ਤਾਂ ਜਿਹੜਾ ਯੋਗ ਹੈ ਉਹ ਵੀ ਇੱਕ ਕਿਸਮ ਦੀ ਕਿਹੜੀਆਂ ਐਕਸਰਸਾਈਜ਼, ਐਰੋਬਿਕ ਐਕਸਰਸਾਈਜ਼ ਬਣ ਕੇ ਰਹਿ ਜਾਏਗਾ, ਸਕਾਮ ਦੇ ਵਿੱਚ ਬਦਲ ਜਾਏਗਾ। ਜਿਵੇਂ ਇਹਨਾਂ ਸਾਡੇ ਬਾਬਾ ਰਾਮਦੇਵ ਵਰਗੇ ਯੋਗੀਆਂ ਨੇ ਇਹਨੂੰ ਸਕਾਮ ਕਿਰਿਆ ਵਿੱਚ ਹੀ ਵਾਰ ਦਿੱਤਾ ਕਿ ਕਰੋਗੇ ਯੋਗ ਦਾ ਤਾਂ ਹੋ ਜਾਏਗਾ। ਮੈਂ ਇਹਦੇ ਬਿਲਕੁਲ ਅਗੇਂਸਟ ਹੈ, ਕਿਉਂਕਿ ਯੋਗ ਇਜ਼ ਅ ਪਾਰਟ ਆਫ ਨਿਸ਼ਕਾਮ ਕਰਮ
ਨਿਸ਼ਕਾਮ ਸਾਈਕੋਲੋਜੀ। ਸੋ ਹੁਣ ਪੌੜਾ ਕੀ ਪਿਆ, ਇਸ ਚੀਜ਼ ਦੀ ਸਮਝ ਨਹੀਂ। ਪੋਲੀਟੀਕਲ ਪਾਵਰ ਜਿਹੜੀ ਹੈਗੀ ਆ ਉਹਨੂੰ, ਉਹਦੇ ਵਿੱਚ ਅਗਰ ਕੋਈ ਵਿਅਕਤੀ ਆ ਜਾਂਦਾ ਹੈਗਾ ਆ, ਹੁਣ ਮੇਰੇ ਮਨ 'ਚ ਆਉਂਦਾ ਕਿ ਤੁਸੀਂ ਵੀ ਇਸ ਚੀਜ਼ ਨੂੰ ਲੈ ਸਕਦੇ ਹੋ ਕਿ ਯੋਗੀ ਆਪਣੇ ਮੋਦੀ ਸਾਹਿਬ ਕਈ ਵਾਰ ਤਾਂ ਬਹੁਤ ਜੋ ਕੰਮ ਕਰਦੇ ਨੇ ਉਹਦਾ ਪੂਰੀ ਤਰ੍ਹਾਂ ਵਿਖਿਆਨ ਕਰਦੇ ਨੇ, ਪੂਰੀ ਉਹਦੀ ਵਿਆਖਿਆ ਕਰਦੇ ਨੇ, ਪੂਰਾ ਉਹਦਾ ਪ੍ਰੋਪੇਗੈਂਡਾ ਕਰਦੇ ਨੇ, ਲੇਕਿਨ ਜਿੱਥੇ ਕਿਤੇ ਕੋਈ ਨੈਗੇਟਿਵ ਵਰਤਾਰਾ ਹੁੰਦਾ ਹੈਗਾ ਆ ਉੱਥੇ ਪੁੱਤਾਂ ਨਹੀਂ ਬੋਲਦੇ। ਇਹ ਕਿਆ ਹੈ? ਮੈਂ ਤੁਹਾਨੂੰ ਇਹਦਾ ਇਹ ਦੱਸਣਾ ਚਾਹਾਂਗਾ ਕਿ ਜਿਹੜਾ ਨਿਸ਼ਕਾਮ ਕਰਮ ਹੈ, ਨਿਸ਼ਕਾਮ ਕਰਮ ਦੀ ਸਾਈਕੋਲੋਜੀ ਵਾਲਾ ਮਨੁੱਖ ਇੱਕ ਇਹੋ ਜਿਹਾ ਮਨੁੱਖ ਬਣ ਜਾਂਦਾ ਆ ਜਿਹਦੇ ਵਾਸਤੇ ਹਰ ਚੀਜ਼ ਸਵੀਕਾਰ ਹੋ ਜਾਂਦੀ ਆ। ਉਸ ਵਿਅਕਤੀ ਦੀ ਉਸ ਆਦਿ ਸ਼ਕਤੀ, ਉਸ ਆਲਮਾਈਟੀ, ਉਸ ਇਟਰਨਲ ਫੋਰਸ, ਉਸ ਚੇਤਨਾ, ਉਸ ਪਰਮ ਚੇਤਨਾ ਦੇ ਪ੍ਰਤੀ ਇਸ ਪ੍ਰਕਾਰ ਸ਼ਰਧਾ ਬਣ ਜਾਂਦੀ ਹੈਗੀ ਆ, ਇਸ ਪ੍ਰਕਾਰ ਹੋਸ਼ ਪੈਦਾ ਹੋ ਜਾਂਦਾ ਹੈਗਾ ਆ ਕਿ ਉਹ ਜੋ ਵੀ ਨੈਗੇਟਿਵ ਵਰਤਾਰਾ ਸਮਾਜ ਦੇ ਵਿੱਚ ਹੋ ਰਿਹਾ ਉਹ ਵਿਅਕਤੀ ਉਹਨੂੰ ਐਸ ਸੱਚ ਐਕਸੈਪਟ ਕਰਦਾ। ਅਸੀਂ ਉਹਨੂੰ ਬਾਹਰ ਕੱਢਦੇ ਨੇਗੇ। ਭਾਰਤੀ ਦੀ ਖੂਬਸੂਰਤੀ ਇਸ ਚੀਜ਼ ਦੇ ਵਿੱਚ ਹੈਗੀ ਆ। ਭਾਰਤੀ ਦਰਸ਼ਨ ਦੀ ਜਿਹੜੀ ਬਿਊਟੀ ਹੈਗੀ ਆ ਉਹ ਇਸ ਚੀਜ਼ ਦੇ ਵਿੱਚ ਹੀ ਆ। ਅਜੇ 2-4 ਮਿੰਟ ਹੈਗੇ ਨਾ? ਹਾਂ। ਕਿਆ ਹੈ ਉਹ ਖੂਬਸੂਰਤੀ ਭਾਰਤੀ ਦਰਸ਼ਨ ਦੀ? ਕਿ ਸਾਡੀ ਜਿਹੜੀ ਬੁਨਿਆਦ ਹੈ ਭਾਰਤੀ ਦਰਸ਼ਨ ਦੀ ਉਹ ਵੇਦ ਨੇ। ਵੇਦ ਮੀਨਸ ਗਿਆਨ। ਉਹ ਗਿਆਨ ਕਿਆ ਨੇ? ਵਿਸ਼ਵ ਦਾ ਸ਼ਬਦਕੋਸ਼ ਹੈ ਇਹ ਜਿਹੜੇ ਵੇਦ ਨੇ। ਇਹ ਮਾਨਵ ਗ੍ਰੰਥ ਨੇ। ਦੁਨੀਆ ਹੈਰਾਨ ਹੁੰਦੀ ਹੈਗੀ ਆ ਕਿ ਬਹੁਤ ਸਾਰੇ ਜਿਹੜੇ ਸਾਡੇ ਈਵਨ ਕਿ ਮਹਾਵੀਰ ਵੀ, ਈਵਨ ਕਿ ਭਗਵਾਨ ਬੁੱਧ ਵੀ, ਉਹਨਾਂ ਨੇ ਇਸ ਦੀ ਵਿਰੋਧਤਾ ਕੀਤੀ ਆ ਵੇਦਾਂ ਦੀ। ਕਿਉਂ? ਕਿਉਂਕਿ ਇਹਦੇ ਵਿੱਚ, ਵੇਦਾਂ ਦੇ ਵਿੱਚ ਘਟੀਆ ਤੋਂ ਘਟੀਆ ਵਿਅਕਤੀ, ਦੁਸ਼ਟ ਤੋਂ ਦੁਸ਼ਟ ਵਿਅਕਤੀ, ਪਾਪੀ ਤੋਂ ਪਾਪੀ ਵਿਅਕਤੀ, ਸਮਗਲਰ ਲਈ ਵੀ ਤੇ ਕਾਤਲ ਲਈ ਵੀ ਮੰਤਰ ਆ। ਤੂੰ ਹੁਣ ਬੰਦਾ ਮਾਰਨ ਚੱਲਿਆ, ਆ ਮੰਤਰ ਜਪ ਕੇ ਜਾ। ਤੂੰ ਗੁਆਂਢੀ ਦੀ ਜਿਹੜੀ ਹੈਗੀ ਆ ਮੱਝ ਦੁੱਧ ਨਾ ਦੇਵੇ ਜਾਂ ਗਾਂ ਦੁੱਧ ਨਾ ਦੇਵੇ, ਆ ਮੰਤਰ ਪੜ੍ਹ। ਕਿਉਂਕਿ ਵੇਦ ਧਰਮ ਗ੍ਰੰਥ ਨਹੀਂ, ਇਹ ਮਾਨਵ ਗ੍ਰੰਥ ਨੇ। ਇਨਸਾਈਕਲੋਪੀਡੀਆ ਆਫ ਦਾ ਵਰਲਡ ਨੇ। ਇੱਕ ਇਹੋ ਜਿਹਾ ਇਨਸਾਈਕਲੋਪੀਡੀਆ, ਵਿਸ਼ਵਕੋਸ਼, ਸ਼ਬਦਕੋਸ਼ ਇੱਕ ਇਹੋ ਜਿਹਾ ਹੈ ਜਿਸ ਕੋਈ ਵਿਅਕਤੀ ਬਾਹਰ ਨਹੀਂ ਰਹਿਣ ਦਿੱਤਾ ਗਿਆ। ਹਰ ਵਿਅਕਤੀ ਦਾ ਇਹਦੇ ਵਿੱਚ, ਵੇਦਾਂ ਦੇ ਵਿੱਚ ਹੱਲ ਹੈ। ਨਕਸ਼ਲ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਿਆ ਇਸ ਚੀਜ਼ ਬਾਰੇ। ਹਾਂ, ਜਦੋਂ ਕਿਤੇ ਗੱਲਬਾਤ ਉੱਠੀ ਤਾਂ ਇਹਨਾਂ ਦੇ ਵਿੱਚੋਂ, ਵੇਦਾਂ ਦੇ ਵਿੱਚੋਂ ਧਰਮ ਗ੍ਰੰਥਾਂ ਨੇ ਜਨਮ ਲਿਆ ਉਪਨਿਸ਼ਦਾਂ ਦੀ ਸ਼ਕਲ ਦੇ ਵਿੱਚ। ਉਹ ਨਿਰੋਲ ਅਧਿਆਤਮਿਕ ਨੇ। ਉੱਥੇ ਕਿ ਮਨੁੱਖ ਦੇ ਡੇ ਟੂ ਡੇ ਲਾਈਫ ਦਾ ਵਰਤਾਰਾ ਕਿਵੇਂ ਠੀਕ ਹੋਵੇ, ਇਹਨਾਂ ਪ੍ਰਤੀ ਕੋਈ ਰਸਤਾ ਨਹੀਂ, ਇਹਨਾਂ ਪ੍ਰਤੀ ਕੋਈ ਮੰਤਰ ਨਹੀਂ। ਇਸ ਲਈ ਬਾਕੀ ਜਿਹੜੇ ਸਾਰੇ ਜੋ ਗ੍ਰੰਥ ਨੇ ਉਹ ਧਰਮ ਗ੍ਰੰਥ ਨੇ। ਵੇਦ ਜਿਹੜੇ ਨੇ ਉਹ ਮਾਨਵ ਗ੍ਰੰਥ ਨੇ। ਹਰ ਮਾਨਵ ਦਾ ਉਹਨਾਂ ਦੇ ਵਿੱਚ ਇਹ ਹੈ। ਕਿਆ ਹੋਇਆ ਫਿਰ? ਹਰ ਚੀਜ਼ ਨੂੰ ਐਕਸੈਪਟ, ਇਨਕਲੂਸਿਵ ਨੇ, ਹੋਲਿਸਟਿਕ ਨੇ। ਕਿਸੇ ਚੀਜ਼ ਨੂੰ ਬਾਹਰ ਉਹਨਾਂ ਨੇ ਜਾਣ ਹੀ ਨਹੀਂ ਦਿੱਤਾ। ਜਿਸ ਕਰਕੇ ਜੋ ਰਾਵਣ ਹੈ, ਜੋ ਦੁਰਯੋਧਨ ਹੈ, ਜੋ ਆਸੁਰ ਹੈ, ਜੋ ਦੈਂਤ ਹੈ, ਜੋ ਦਾਨਵ ਹੈ, ਜੋ ਨੈਗੇਟਿਵ ਫੋਰਸ ਹੈ, ਜੋ ਜਿਹਦਾ ਕੰਮ ਹੀ ਇੱਕ ਹੈਗਾ ਕਿ ਦੂਸਰੇ ਦਾ ਵਿਰੋਧ ਕਰਨਾ, ਦੂਸਰੇ ਦਾ ਕਤਲ ਕਰਨਾ, ਦੂਸਰੇ ਨੂੰ ਹਰਾਉਣਾ, ਆਪਣਾ ਹੰਕਾਰ ਪੂਰਾ ਕਰਨਾ, ਅਸੀਂ ਭਾਰਤੀ ਦਰਸ਼ਨ ਵਾਲੇ ਜਿਹੜੇ ਲੋਕ ਨੇ ਅਸੀਂ ਉਹਨਾਂ ਨੂੰ ਐਕਸੈਪਟ ਕਰਦੇ ਹਾਂ। ਮੈਂ ਤੁਹਾਨੂੰ ਇੱਕ ਹੋਰ ਬੜੀ ਅਜੀਬ ਗੱਲ ਦੱਸਣੀ ਚਾਹਾਂਗਾ। ਜਿਨ੍ਹਾਂ ਲੋਕਾਂ ਨੇ ਵੇਦਾਂ ਦੀ ਵਿਰੋਧਤਾ ਕੀਤੀ, ਮੇਰੀ ਇਹ ਸਟੇਟਮੈਂਟ ਜਾਂ ਮੇਰੀ ਜਿਹੜਾ ਵਾਕਿਆ ਬੜਾ ਕੰਟਰੋਵਰਸ਼ੀਅਲ ਬਣ ਜਾਏਗਾ। ਸਵਾਮੀ ਦਇਆਨੰਦ ਨੇ ਵੇਦਾਂ ਨੂੰ ਸੋਧਣ ਦੀ ਕੋਸ਼ਿਸ਼ ਕੀਤੀ, ਜਿਹੜੀ ਕਿ ਬਿਲਕੁਲ ਹੀ ਨੈਗੇਟਿਵ ਅਪਰੋਚ ਆ। ਵੇਦਾਂ ਨੂੰ ਸੋਧਣ ਦਾ ਕੌਣ ਵਿਅਕਤੀ ਜ਼ਿਕਰ ਕਰ ਸਕਦਾ ਆ? ਕੋਈ ਨਹੀਂ ਕਰ ਸਕਦਾ। ਸਿਮਿਲਰਲੀ ਰਾਜਾ ਰਾਮ ਮੋਹਨ ਰਾਏ ਹੈ, ਜੋਤੀ ਫੁੱਲੇ ਹੈ, EVS ਪਰਿਆਰ ਹੈ, ਇਹਨਾਂ ਸਭ ਲੋਕਾਂ ਨੇ ਜਿਨ੍ਹਾਂ ਨੇ ਵੀ ਕਿ ਵੇਦਾਂ ਦੀ ਵਿਰੋਧਤਾ ਕਰਕੇ ਇੱਕ ਸੁਧਾਰਵਾਦੀ ਮੂਵਮੈਂਟਸ ਨੂੰ ਖੜਾ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਪਿੱਛੇ ਬ੍ਰਿਟਿਸ਼ ਹਕੂਮਤ ਸੀ ਉਹਨਾਂ ਨੂੰ ਦੇਣ ਵਾਲੀ। ਉਹ ਲੋਕ ਸਮਝ ਨਹੀਂ ਸਕੇ ਕਿ ਵੇਦ ਹੋਲਿਸਟਿਕ ਨੇ, ਇਨਕਲੂਸਿਵ ਨੇ। ਹਰ ਵਿਅਕਤੀ ਦਾ ਇਹਨਾਂ ਵਿੱਚ ਇਲਾਜ ਹੈ, ਚਾਹੇ ਉਹ ਬਾਹਰ ਮੁਕਤਾਂ ਨਾਲ ਸੰਬੰਧ ਰੱਖਦਾ, ਚਾਹੇ ਉਹ ਅੰਤਰ ਮੁਕਤਾਂ ਨਾਲ ਸੰਬੰਧ ਰੱਖਦਾ।
ਇਸ ਲਈ ਤੁਸੀਂ ਜਿਹੜਾ ਕਹਿੰਦੇ ਹੈਗੇ ਕਿ ਬਹੁਤ ਵਾਰੀ ਗਲਤ ਕੰਮ ਹੋ ਰਿਹਾ ਹੈਗਾ ਤੇ ਬਹੁਤ ਸਾਰੇ ਲੋਕ ਨਹੀਂ ਬੋਲਦੇ, ਅਸੀਂ ਉਹਨੂੰ ਐਕਸੈਪਟ ਕਰਦੇ ਹਾਂ। ਮੋਦੀ ਸਾਹਿਬ ਇੱਕ ਮਿਸਾਲ ਨੇ ਨਿਸ਼ਕਾਮ ਕਰਮ ਦੀ। ਜਿਸ ਪ੍ਰਕਾਰ ਉਹਨਾਂ ਦੀ ਸਾਰੀ ਸਾਰੀ ਸ਼ਰਧਾ ਹੈ, ਹੋਸ਼ ਹੈ, ਅਵੇਅਰਨੈਸ ਹੈ, ਐਂਡ ਜਿਸ ਪ੍ਰਕਾਰ ਦੇ ਉਹ ਯੋਗੀ ਨੇ, ਉਹਨਾਂ ਦਾ ਆਧਾਰ ਹੈ ਨਿਸ਼ਕਾਮ ਕਰਮ। ਉਹ ਨਿਸ਼ਕਾਮ ਕਰਮ ਕਰਨ ਵਾਲਾ ਇੱਕ ਦੇਸ਼ ਦਾ ਰਾਜਾ ਸਾਨੂੰ, ਸਾਡੀ ਇਸ ਨਸਲ ਨੂੰ, ਸਾਡੇ ਇਸ ਜੋ ਵਰਗ ਦੀ ਪੋਪੂਲੇਸ਼ਨ ਹੈ, ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਸਾਨੂੰ ਇੱਕ ਨਿਸ਼ਕਾਮ ਕਰਮ ਜੋਗੀ ਐਜ਼ ਏ ਰੂਲਰ ਮਿਲਿਆ। ਇਹੀ ਕਾਰਨ ਹੈਗਾ ਆ ਕਿ ਦੁਨੀਆ ਦੀ ਥਾਂ ਦੇ ਜਿੱਥੇ ਕਿਤੇ ਵੀ ਜਾ ਕੇ ਉਹ ਖੜ ਜਾਂਦੇ ਨੇ, ਕੁਝ ਬੋਲਦੇ ਨੇ, ਉਹਨਾਂ ਦਾ ਜਿਹੜਾ ਇਲੈਕਟ੍ਰੋਮੈਗਨੈਟਿਕ ਔਰਾ ਹੈ ਉਹ ਦੂਸਰੇ ਪ੍ਰਾਣੀ ਨੂੰ ਖਿੱਚ ਲੈਂਦਾ। ਇਤਨੀ ਸ਼ਕਤੀ ਹੈ ਇਸ ਨਿਸ਼ਕਾਮ ਕਰਮ ਦੇ ਵਿੱਚ। ਸੋ ਸਵਪਨ ਜੀ, ਆਪਾਂ ਕਰਾਂਗੇ ਕੋਸ਼ਿਸ਼ ਕਿ ਜਿਹੜਾ ਸਾਡਾ ਅਧਿਆਤਮ ਨਿਕੇਤਨ ਵਿਲੇਜ ਨੌਲੀ ਵਿੱਚ ਆਪਾਂ ਸਟਾਰਟ ਕਰਨ ਚੱਲੇ ਹਾਂ ਕੇਂਦਰ, ਉੱਥੇ ਇਸੇ ਹੀ ਪ੍ਰਕਾਰ ਦਾ ਪ੍ਰਚਾਰ ਦੀ ਲੜੀ ਨੂੰ ਆਪਾਂ ਅੱਗੇ ਲੈ ਕੇ ਚੱਲੀਏ ਕਿ ਨਿਸ਼ਕਾਮ ਕਰਮ ਕਿਵੇਂ ਕਰਨਾ, ਨਿਸ਼ਕਾਮ ਜੋਗੀ ਕਿਵੇਂ ਬਣੀਏ। ਉਹਦੇ ਵਿੱਚ ਮੈਂ ਜੋ ਪਹਿਲਾਂ ਗੱਲਾਂ ਬਾਤਾਂ ਕਹੀਆਂ, ਸਵੀਕਿਰਤੀ, ਇਹ ਸਵੀਕਿਰਤੀ ਸੀ ਕਿੱਥੋਂ ਸਿੱਖੀ? ਵੇਦਾਂ ਤੋਂ। ਸਵੀਕਿਰਤੀ ਕਿਸ ਅੱਗੇ? ਚੇਤਨਾ ਅੱਗੇ। ਆਤਮ ਚੇਤਨ, ਪਰਮ ਚੇਤਨ, ਆਪਣੇ ਅੰਦਰ ਵੱਲ ਮੋੜਾ। ਜਿੰਨੀ ਦੇਰ ਤੱਕ ਇਹ ਮਨੁੱਖ ਨੂੰ ਆਪਣੇ ਅੰਤਰ ਆਤਮਾ ਵੱਲ ਯਾਤਰਾ ਦੀ ਸਮਝ ਨਹੀਂ ਆਉਂਦੀ, ਉਨੀ ਦੇਰ ਤੱਕ ਉਹ ਨਿਸ਼ਕਾਮ ਯੋਗੀ ਬਣ ਹੀ ਨਹੀਂ ਸਕਦਾ। ਜਦ ਤੱਕ ਉਹਦਾ ਮੂੰਹ ਬਾਹਰ ਨੂੰ ਆ, ਕੁਝ ਪ੍ਰਾਪਤ ਕਰਨ ਵਾਸਤੇ ਹੈ, ਉਨੀ ਦੇਰ ਤੱਕ ਉਹ ਸਕਾਮ ਕਰਮ ਕਰੇਗਾ। ਐਂਡ ਉਹਦੇ ਵਿੱਚ ਜਿਹੜੀਆਂ ਸਾਨੂੰ ਥਰੂ ਆਫ ਦਾ ਵਰਲਡ ਭਾਂਤ ਦੀਆਂ ਬੇਵਕੂਫੀਆਂ, ਬਦਤਮੀਜ਼ੀਆਂ, ਲੜਾਈਆਂ ਪੜਾਈਆਂ, ਟੈਰਰ, ਗਾਲੀ ਗਲੋਚ ਐਂਡ ਪਹਾੜੇ ਦੇ ਟੱਟੂ ਜਿਹੜੇ ਤੁਸੀਂ ਕਹਿੰਦੇ ਹੈਗੇ ਆ, ਸਾਨੂੰ ਐਕਸੈਪਟਡ ਨੇ ਉਹ, ਅਸੀਂ ਉਹਨਾਂ ਨੂੰ ਬਾਹਰ ਕੱਢਦੇ ਨਹੀਂ ਹੈਗੇ। ਸੋ ਦੋਸਤੋ, ਅੱਜ ਇਤਨਾ ਹੀ ਸਹੀ। ਫਿਰ ਆਪਾਂ ਅਧਿਆਤਮ ਨਿਕੇਤਨ ਸੰਬੰਧੀ ਜੋ ਮੈਡੀਟੇਸ਼ਨ ਸਾਡੀ ब्रह्म ताओ प्राण साधना, उस बारे थोड़ा थोड़ा व्याख्या करेंगे। एक बार फिर आप सबके बीच स्वयं प्रकाशमान ज्योत को डॉक्टर सांझ का प्रणाम। धन्यवाद डॉक्टर साहब। और दोस्तों, अगर ये आपको चैनल पसंद आया हो तो प्लीज़ सब्सक्राइब, लाइक और शेयर ज़रूर कीजिए।